ਖੱਡੂ ਦੀ ਬਹੂ ਨੂੰ 1 ਮਹੀਨਾ ਮਸਾਂ ਹੋਇਆ ਸੀ ਕਿ ਉਹ ਥੰਮਣ ਵਾਲੇ ਤੋਂ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਵਿਆਹ ਤੋਂ ਬਾਅਦ ਵੀ ਕਰਮੋ ਉੱਥੇ ਹੀ ਸੀ। ਦੁੱਲੇ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ। ਆਖ ਰਿਹਾ ਸੀ, ਜਿੰਨਾ ਚਿਰ ਖੱਡੂ ਇੱਥੋਂ ਵਗ ਨਹੀਂ ਜਾਂਦਾ ਕਿਧਰੇ, ਤੂੰ ਟਿਕੀ ਰਹਿ ਚੁੱਪ ਕਰਕੇ। ਜਵਾਕਾਂ ਦੇ ਖਾਣ ਪੀਣ ਨੂੰ ਖੁੱਲ੍ਹਾ ਹੈ, ਜਵਾਕਾਂ ਦਾ ਪਿਓ ਵੀ ਐਸ਼ਾਂ ਕਰੇ। ਸਹੁਰਾ ਜਵਾਈ ਨਿੱਤ ਆਥਣੇ ਪੀਣ ਬੈਠ ਜਾਂਦੇ। ਜਵਾਈ ਨੂੰ ਉਹਦੇ ਅੰਦਰਲੇ ਦੁੱਖ ਦਾ ਕੋਈ ਪਤਾ ਨਹੀਂ ਸੀ। ਉਹ ਪਸ਼ੂਆਂ ਦੀਆਂ ਗੱਲਾਂ ਕਰਦੇ। ਦੁੱਲਾ ਉਹਨੂੰ ਊਠਾਂ ਦੀਆਂ ਆਦਤਾਂ ਬਾਰੇ ਦਿਲਚਸਪ ਗੱਲਾਂ ਸੁਣਾਉਂਦਾ। ਆਖਦਾ, ਬੰਦੇ ਨਾਲੋਂ ਵੱਧ ਦਿਮਾਗ ਹੁੰਦਾ ਹੈ ਇਸ ਜਾਨਵਰ 'ਚ। ਸਾਰੀ ਗੱਲ ਸਮਝਦਾ ਹੈ, ਮਾਲਕ ਦਾ ਬਹੁਤ ਪਿਆਰ ਕਰਦਾ ਹੈ, ਖੋਰੀ ਵੀ ਪੂਰਾ। ਜਿਹੜਾ ਕੋਈ ਇਹਨੂੰ ਬੇਵਜ੍ਹਾ ਕੁੱਟੇ ਮਾਰੇ, ਇਹ ਫੇਰ ਉਹ ਤੋਂ ਬਦਲਾ ਲੈਂਦਾ। ਬਦਲਾ ਕਿਵੇਂ? ਜਵਾਈ ਪੁੱਛਦਾ। ਜਾਨ ਲੈਂਦਾ ਬਸ, ਕੇਰਾਂ ਇਹਦੇ ਕਾਬੂ ਆ ਜੇ ਬੰਦਾ, ਪੈਰਾਂ ਥੱਲੇ ਮਿੱਧ ਕੇ ਮਾਰ ਦਿੰਦਾ ਹੈ, ਜਾਂ ਢਾਹ ਕੇ ਉੱਤੇ ਬੈਠੂ। ਜਿੰਨਾ ਚਿਰ ਬੰਦਾ ਮਰ ਨਾ ਜਾਵੇ ਛੱਡਦਾ ਨਹੀਂ। ਬੁਰਕ ਭਰ ਲਵੇ ਤਾਂ ਲੀਰ ਵਾਂਗੂ ਪਾੜ ਕੇ ਰੱਖ ਦਿੰਦਾ ਹੈ ਅਗਲੇ ਨੂੰ। ਜਵਾਈ ਬਹੁਤ ਹੈਰਾਨ ਹੁੰਦਾ, ਜਿਵੇਂ ਉਹਦੀ ਦਾਰੂ ਉਤਰਦੀ ਜਾਂਦੀ ਹੋਵੇ। ਆਖਦਾ, ਫੇਰ ਤਾਂ ਇਸ ਤੋਂ ਬਚ ਕੇ ਰਹੇ, ਊਠਾਂ ਦੀ ਥਾਂ ਬਲਦ ਘੋੜੇ ਠੀਕ ਨੇ। ਦੁੱਲਾ ਕਹਾਣੀਆਂ ਤੋਰ ਲੈਂਦਾ। ਇੱਕ ਵਾਰੀ ਇੱਕ ਬੰਦੇ ਨੇ ਬੋਤੇ ਨੂੰ ਨਜਾਇਜ਼ ਕੁੱਟਿਆ। ਬੰਦੇ ਦੇ ਹੱਥ 'ਚ ਨਕੇਲ ਸੀ, ਕੁੱਟ ਖਾਈ ਗਿਆ ਉਹ। ਰਿੰਗਦਾ ਵੀ ਸੀ। ਬੰਦਾ ਅਗਲੇ ਦਿਨ 20 ਕੋਹ ਦੂਰ ਕਿਸੇ ਸਾਖ ਸਕੀਰੀ 'ਚ ਚਲਿਆ ਗਿਆ। ਹਾੜ ਦਾ ਮਹੀਨਾ ਸੀ। ਕੇਸੀ ਨਾ ਆ ਕੇ ਬੰਦਾ ਕੋਠੇ 'ਤੇ ਸੌਂ ਗਿਆ ਰਾਤ ਨੂੰ। ਊਠ ਨੇ ਉਸ ਦਿਨ ਆਥਣ ਨੂੰ ਕੱਖ ਨਹੀਂ ਖਾਧੇ, ਬਸ ਰੀਂ ਕਰੀ ਜਾਵੇ ਤੇ ਆਸੇ ਪਾਸੇ ਝਾਕੇ। ਅੱਧੀ ਰਾਤ ਉਹ ਪਤਾ ਨਹੀਂ ਕਿਵੇਂ ਨਿਉਲ ਖੁਲਾ ਕੇ ਘਰੋਂ ਬਾਹਰ ਹੋ ਗਿਆ। ਕੁੱਟਣ ਵਾਲੇ ਬੰਦੇ ਦੀ ਪੈੜ ਦੱਬ ਲਈ, ਪੈੜਾਂ ਸੁੰਘਦਾ ਤੁਰਿਆ ਜਾਵੇ। ਸੂਰਜ ਚੜ੍ਹਨ ਤੋਂ ਪਹਿਲਾਂ ਉਹ ਉਸ ਪਿੰਡ ਉਸ ਘਰ ਦੇ ਕੋਠੇ ਮਗਰ ਜਾ ਖੜਾ, ਜਿਸ ਦੀ ਛੱਤ ਉੱਤੇ ਬਨੇਰੇ ਦੇ ਐਨ ਨਾਲ ਮੰਜੀ ਢਾ ਕੇ ਉਹ ਬੰਦਾ ਸੁੱਤਾ ਪਿਆ ਸੀ। ਉਹਦੇ ਖੁੱਲ੍ਹੇ ਕੇਸ ਸਰਾਣੇ ਤੋਂ ਥੱਲੇ ਲਮਕ ਰਹੇ ਸੀ। ਊਠ ਨੇ ਗਰਦਨ ਉੱਚੀ ਕਰਕੇ ਕੇਸਾਂ ਤੋਂ ਖਿੱਚ ਲਿਆ, ਬਸ ਉਹਨੂੰ ਥੱਲੇ ਪਟਕਾ ਮਾਰਿਆ। ਪੈਰਾਂ ਥੱਲੇ ਇਉਂ ਲਤੜਤਾ ਜਿਵੇਂ ਕੀੜਾ ਮਕੌੜਾ ਹੋਵੇ ਕੋਈ। ਕਰੀ ਕਰਤੀ ਬਸ ਬੰਦੇ ਦੀ, ਐਡਾ ਖੋਰ ਹੁੰਦਾ ਇਸ ਪਸ਼ੂ 'ਚ। ਇਸ ਦੌਰਾਨ ਸਰਦਾਰੋ ਵੀ ਅਬੋਹਰ ਤੋਂ ਨਹੀਂ ਆਈ। ਕਰਮੋ ਨੇ ਉਹਨੂੰ ਛੱਡਣ ਗਈ ਨੂੰ ਹੀ ਸਮਝਾ ਦਿੱਤਾ ਸੀ ਕਿ ਬਾਪੂ ਤੈਨੂੰ ਲੈ ਕੇ ਜਾਊ, ਤੂੰ ਆਪ ਨਹੀਂ ਆਉਣਾ, ਬਸ ਇਸੇ ਵਿੱਚ ਭਲਾ ਹੈ ਤੇਰਾ। ਕਰਮੋ ਜਦੋਂ ਵੀ ਵਕਤ ਲੱਗਦਾ ਖੱਡੂ ਨੂੰ ਸਮਝਾਉਂਦੀ ਰਹਿੰਦੀ, ਉਹਦੀ ਬਹੂ ਨੂੰ ਵੀ। ਖੱਡੂ ਨੂੰ ਆਖਦੀ, ਕਲੇਸ਼ 'ਚੋਂ ਨਿਕਲ ਜਾ ਭਰਾਵਾ, ਆਪਦਾ ਘਰ ਬੰਨ੍ਹ, ਸਿਆਣਾ ਬਣ, ਬਰਾਬਰ ਦਾ ਐ, ਹੋਰ ਕਿਵੇਂ ਸਮਝਾਵਾਂ ਤੈਨੂੰ। ਬਹੂ ਨੂੰ ਆਖਦੀ, ਮਤੇਰ ਤਾਂ ਮਤੇਰ ਰਹਿੰਦੀ ਐ, ਕਿੰਨਾ ਕਰੀ ਜਾਈ, ਸਿਰ 'ਚ ਖੇ ਪਊ ਇੱਕ ਦਿਨ। ਕੀ ਲੱਗਦੀ ਐ ਤੂੰ ਉਹਦੀ? ਬੇਬੇ ਹੁੰਦੀ ਤਾਂ 100 ਲਾਡ ਲਡਾਉਂਦੀ ਤੇਰੇ। ਮੈਂ ਕਿੰਨਾ ਕੁ ਚਿਰ ਬੈਠੀ ਰਹੂੰਗੀ ਪਿਓ ਦੇ ਬਾਹਰ। ਨਿਕਲ ਜੋ ਇੱਥੋਂ ਚੰਦਰੇ ਘਰੋਂ, ਰੱਬ ਤੁਹਾਨੂੰ ਚੰਗੀ ਚੀਜ਼ ਦੇਵੇ। ਕਰਮੋਂ ਦੇ ਆਖੇ ਤੋਂ ਦੁੱਲੇ ਨੇ ਖੱਡੂ ਨੂੰ 2 ਊਠ ਦੇ ਦਿੱਤੇ, ਜਿਵੇਂ ਵੱਡਿਆਂ ਨੂੰ 2-2 ਊਠ ਕਦੇ ਦਿੱਤੇ ਸਨ। ਇਹ ਵੀ ਕਹਿ ਦਿੱਤਾ, ਇਹਨੂੰ ਕਹਿ ਦੇ ਜਿਹੜੇ ਮਰਜ਼ੀ 2 ਲੈ ਜੇ, ਮੈਨੂੰ ਕੋਈ ਉਜਰ ਨਹੀਂ। ਦੋਵੇਂ ਊਠਾਂ ਉੱਤੇ ਸਮਾਨ ਲੱਦ ਕੇ ਉਹ ਪਹਿਲਾਂ ਵੱਡਿਆਂ ਕੋਲ ਹੀ ਗਏ। ਉਹ ਹੱਸ ਰਹੇ ਸਨ। ਆ ਜਾ, ਆ ਗਿਆ ਤੂੰ ਵੀ, ਇੱਕ ਰਹਿ ਗਿਆ ਹੁਣ, ਉਹ ਵੀ ਆਜੂ ਕਦੇ। ਬਾਪੂ ਨੂੰ ਲੈਣ ਦਿਓ ਐਸ਼ਾਂ, ਕਰਨ ਦਿਓ ਬਹਾਰਾਂ, ਨਵੀਂ ਜਵਾਨੀ ਚੜ੍ਹੀ ਆ ਬੁੱਢੇ ਜੱਤਲ ਕੁੱਤੇ ਨੂੰ। ਖੱਡੂ ਦੇ ਜਾਣ ਬਾਅਦ ਕਰਮੋ ਹੀ ਗਈ ਅਬੋਹਰ ਨੂੰ। ਉੱਥੇ ਜਾ ਕੇ ਦੱਸਿਆ ਕਿ ਬਾਪੂ ਬਿਮਾਰ ਹੈ, ਆ ਨਹੀਂ ਸਕਿਆ। ਸਰਦਾਰੋ ਦੇ ਮਾਂ ਪਿਓ ਕੋਲ ਝੂਠ ਬੋਲਿਆ ਕਿ ਖੱਡੂ ਦੀ ਮਾਸੀ ਨਾਲ ਬਣਦੀ ਨਹੀਂ ਸੀ, ਨਿੱਤ ਦਾ ਕਲੇਸ਼ ਰਹਿੰਦਾ ਸੀ, ਇਸੇ ਕਰਕੇ ਉਹਦਾ ਵਿਆਹ ਕਰ ਦਿੱਤਾ ਹੈ ਤੇ ਘਰੋਂ ਤੋਰ ਦਿੱਤਾ 2 ਊਠ ਦੇ ਕੇ। ਛੋਟਾ ਮੁੰਡਾ ਚੰਨੂ ਚੰਗਾ ਹੈ, ਉਹਦੇ ਨਾਲ ਮਾਸੀ ਦੀ ਚੰਗੀ ਸੱਤਰੀ ਪੈਂਦੀ ਹੈ। ਉਹਦੀ ਬਹੂ ਵੀ ਖੂਨੀ ਹੈ, ਉਹਨਾਂ ਦੀ ਤਾਂ ਪੂਰੀ ਨਿਭਣੀ ਹੈ ਮਾਸੀ ਨਾਲ। ਸਰਦਾਰੋ ਨੂੰ ਸਭ ਪਤਾ ਸੀ ਕਿ ਕਰਮੋ ਚਲਾਕੀਆਂ ਖੇਡ ਰਹੀ ਹੈ। ਉਹਦੇ ਮਾਪਿਆਂ ਦਾ ਚਿੱਤ ਰਾਜੀ ਰੱਖਣ ਲਈ ਉਹਨਾਂ ਨੂੰ ਸਰਦਾਰੋ ਨਾਲ ਖੱਡੂ ਦੇ ਨਜਾਇਜ਼ ਸੰਬੰਧਾਂ ਦੀ ਕੋਈ ਭਿਣਕ ਨਹੀਂ ਸੀ। ਸਰਦਾਰੋ ਆਗਿਆਕਾਰ ਪਾਲਤੂ ਜਾਨਵਰ ਵਾਂਗ ਉੱਠ ਕੇ ਕਰਮੋ ਨਾਲ ਤੁਰ ਪਈ। ਫੇਰ ਤਾਂ ਕਰਮੋ 2 ਦਿਨ ਹੀ ਰਹੀ ਥੰਮਣ ਵਾਲੇ। ਦੁੱਲੇ ਨੂੰ ਕਹਿੰਦੀ, ਲੈ ਬਾਪੂ, ਆਪਣੀਆਂ ਸਾਰੀਆਂ ਗੱਲਾਂ ਸਿਰੇ ਚੜ੍ਹ ਗਈਆਂ, ਮੁੰਡੇ ਵੀ ਵਿਆਹੇ ਗਏ ਤੇ ਖੱਡੂ ਪਰੇ ਵੀ ਹੋ ਗਿਆ। ਚੰਨੂ ਹੁਣ ਇਹੋ ਜਿਹਾ ਨਹੀਂ, ਅੱਗੇ ਤੋਂ ਤੂੰ ਆਪਦੀ ਸੌਂਗਵੀਂ ਰੱਖੀ, ਮਾਸੀ ਦਾ ਵਸਾ ਨਾ ਕਰੀ ਹੁਣ, ਪੂਰੀ ਨਾ ਕਦੇ ਹੋਣੇ ਨੂੰ। ਤੀਵੀਂ ਇੱਕ ਵਾਰੀ ਦਿਲ ਹੀ ਟੱਪ ਜੇ, ਮੁੜ ਕੇ ਕੱਖ ਨਹੀਂ ਰਹਿੰਦਾ ਉਹਦਾ, ਬਸ ਸਮਝ ਕਰੀ ਹੁਣ। ਕਰਮੋਂ ਆਪਣਾ ਟੱਬਰ ਟੀਰ ਲੈ ਕੇ ਘਰੋਂ ਤੁਰੀ ਤਾਂ ਦੁੱਲੇ ਦਾ ਸੰਸਾਰ ਮੁੜ ਕੇ ਅਮਨ ਚੈਨ ਨਾਲ ਵਸਣ ਲੱਗਿਆ। ਚੰਨੂ ਦੀ ਬਹੂ ਗਾਨੀ ਸਾਰਾ ਕੰਮ ਕਰਦੀ। ਸਰਦਾਰੋ ਨੂੰ ਰਾਣੀ ਬਣਾ ਦਿੱਤਾ ਮੁੰਡੇ ਬਹੂ ਨੇ। ਚੰਨੂ ਆਖਦਾ, ਮਾਸੀ ਤੂੰ ਚਾਹੇ ਡੱਕਾ ਨਾ ਤੋੜ, ਗਾਨੀ ਕਰੂ ਸਭ, ਤੂੰ ਬਸ ਸਿੱਧੀ ਰਿਹਾ ਕਰ ਬਾਪੂ ਨਾਲ। ਬਾਪੂ ਨੇ ਜਿਹੜੀਆਂ ਗੱਲਾਂ ਖਾਤਰ ਤੈਨੂੰ ਵਿਆਹ ਕੇ ਲਿਆਂਦਾ ਹੈ, ਉਹ ਸੁੱਖ ਨੂੰ ਮਿਲਣਾ ਚਾਹੀਦਾ ਹੈ। ਤੂੰ ਮਨ 'ਤੇ ਬੋਝ ਨਾ ਰੱਖੀ ਕਿਸੇ ਵੀ ਗੱਲ ਦਾ। ਸਰਦਾਰ ਨੂੰ ਲੱਗਦਾ
ਜਿਵੇਂ ਉਹਨੂੰ ਖੁੱਲੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ ਹੋਵੇ। ਉਹਦੇ ਲਈ ਕੰਮ ਹੀ ਕੋਈ ਨਹੀਂ। ਇਹ ਬਹੁਤ ਵੱਡੀ ਸਜ਼ਾ ਸੀ। ਸਰਦਾਰੋ ਦਾ ਰੰਗ ਕਣਕ ਵੰਨਾ ਸੀ। ਅੱਖਾਂ ਕਾਲੀਆਂ ਤੇ ਮੋਟੀਆਂ, ਚਿਹਰਾ ਲੰਬੂਤਰਾ, ਨੱਕ ਛੋਟਾ ਪਰ ਤਿੱਖਾ, ਦੰਦ ਬਹੁਤ ਚਿੱਟੇ ਤੇ ਸੋਹਣੇ, ਹੱਸਦੀ ਤਾਂ ਕਲੀਆਂ ਵਾਂਗ ਚਮਕਦੇ। ਕੱਦ ਇੰਨਾ ਲੰਮਾ ਨਹੀਂ ਸੀ, ਮਧਰੀ ਵੀ ਨਹੀਂ ਸੀ, ਬਸ ਸੂਤ ਸਿਰ ਦਾ ਕੱਦ। ਤੇੜ ਘੱਗਰੀ ਪਾਉਂਦੀ, ਗੋਲ ਪਿੰਜਣੀ ਤੱਕ ਲੱਤਾਂ ਨੰਗੀਆਂ ਰਹਿੰਦੀਆਂ, ਪੈਰਾਂ ਵਿੱਚ ਕੱਢਵੀਂ ਦੁਖੱਲੀ ਜੁੱਤੀ, ਖੜੀਆਂ ਨੋਕਾਂ ਵਾਲੀ। ਉਹਦੇ ਕੋਲ 3 ਘੱਗਰੀਆਂ ਸਨ, ਕਾਲੀ, ਲਾਲ ਤੇ ਨੀਲੀ। ਕੁੜਤੀਆਂ ਵੀ 3। ਚੁੰਨੀ ਦਾ ਸਿਰ ਨੂੰ ਮੰਡਾਸਾ ਜਿਹਾ ਮਾਰ ਲੈਂਦੀ। ਉਹਦੇ ਨੱਕ ਵਿੱਚ ਸੋਨੇ ਦੀ ਕਿੰਗਰੀਦਾਰ ਤੀਲੀ ਬਣ ਉੱਠਦੀ। ਪਰ ਲੱਗਦਾ ਜੇ ਨੱਕ ਦੀ ਕੋਠੀ ਥੋੜ੍ਹੀ ਜਿਹੀ ਹੋਰ ਉੱਚੀ ਹੁੰਦੀ ਤਾਂ ਕਮਾਲ ਹੀ ਹੋ ਜਾਣਾ ਸੀ। ਕੰਨਾਂ ਵਿੱਚ ਵੱਡੇ ਵੱਡੇ ਬਾਲੇ, ਹੱਥਾਂ ਵਿੱਚ ਚਾਂਦੀ ਦੀਆਂ ਚੂੜੀਆਂ। ਵਿਆਹ ਨੂੰ 2.5-3 ਸਾਲ ਲੰਘ ਜਾਣ ਪਿੱਛੋਂ ਵੀ ਉਹ ਇਉਂ ਲੱਗਦੀ ਜਿਵੇਂ ਕੱਲ੍ਹ ਮੁਕਲਾਵੇ ਆਈ ਹੋਵੇ। ਨਹਾ ਧੋ ਕੇ ਰਹਿੰਦੀ, ਮਜਾਲ ਹੈ ਕੱਪੜਿਆਂ ਵਿੱਚ ਭੋਰਾ ਭਰ ਵੀ ਮੈਲ ਪੈ ਜਾਵੇ। ਅੱਖਾਂ ਵਿੱਚ ਸੁਰਮੇ ਦੀਆਂ ਧਾਰੀਆਂ ਕੋਇਆਂ ਤੋਂ ਬਾਹਰ ਨਿਕਲੀਆਂ ਦਿਸਦੀਆਂ। ਝਾਕਦੀ ਤਾਂ ਅਗਲੇ ਵੱਲ ਨਿਗਾਹ ਗੱਡ ਕੇ ਝਾਕਦੀ। ਉਹ ਅੱਖ ਨਾ ਝਮਕਦੀ, ਅਗਲੇ ਦੀ ਬੇਸ਼ੱਕ ਨੀਵੀਂ ਪੈ ਜਾਵੇ। ਉਹਨੂੰ ਕਿਸੇ ਚੀਜ਼ ਦੀ ਤੋਟ ਨਹੀਂ ਸੀ। ਫੇਰ ਵੀ ਉਹ ਸ਼ਿਕਾਇਤਾਂ ਕਰਦੀ ਰਹਿੰਦੀ ਕਿ ਉਹਦੇ ਕੋਲ ਇੱਕ ਵੀ ਘੱਗਰੀ ਨਹੀਂ। ਕੁੜਤੀਆਂ ਬੋਦੀਆਂ ਹੋ ਗਈਆਂ, ਉਹਦੀਆਂ ਚੁੰਨੀਆਂ ਵਿੱਚ ਮਘੋਰੇ ਹੋਏ ਪਏ ਨੇ। ਉਹ ਦੁੱਲੇ ਸਾਹਮਣੇ ਚੁੰਨੀ ਨੂੰ ਚਾਦਰ ਵਾਂਗ ਖੋਲ੍ਹ ਕੇ ਦਿਖਾਉਂਦੀ। ਆਖਦੀ, ਦੇਖ ਗਲੀਆਂ, ਵੱਡਾ ਊਠਾਂ ਦਾ ਵਪਾਰੀ ਬਣਿਆ ਫਿਰਦਾ ਹੈ। ਮੈਨੂੰ ਲਿਆਂਦਾ ਕਾਹਨੂੰ ਸੀ? ਕੀ ਸੁੱਖ ਹੋਇਆ ਮੈਨੂੰ ਤੇਰੇ ਇਸ ਬਾੜੇ 'ਚ ਆ ਕੇ? ਮੈਨੂੰ ਤਾਂ ਮੰਡੀ ਜਾ ਕੇ ਨਵੀਂ ਘੱਗਰੀ, ਨਵੀਂ ਕੁੜਤੀ, ਨਵੀਂ ਚੁੰਨੀ ਤੇ ਨਵੀਂ ਜੁੱਤੀ ਲੈ ਕੇ ਦੇ। ਅਜਿਹੀਆਂ ਫਰਮਾਇਸ਼ਾਂ ਉਹ ਉਦੋਂ ਕਰਦੀ ਜਦੋਂ ਰਾਤ ਨੂੰ ਦੁੱਲਾ ਉਹਨੂੰ ਬਾਹੋਂ ਫੜ ਕੇ ਆਪਣੇ ਮੰਜੇ ਉੱਤੇ ਖਿੱਚ ਰਿਹਾ ਹੁੰਦਾ। ਉਹ ਬਹੁਤਾ ਹੀ ਬੋਲੀ ਜਾਂਦੀ ਤਾਂ ਉਹ ਆਖਦਾ, ਚੰਗਾ ਬਾਬਾ, ਜੋ ਕਹੇਗੀ ਲੈ ਦੂੰਗਾ। ਹਾਂ ਕਹਾ ਕੇ ਫੇਰ ਕਈ ਦਿਨ ਉਹ ਦੁੱਲੇ ਦਾ ਖਹਿੜਾ ਨਾ ਛੱਡਦੀ। ਆਖਦੀ, ਚੱਲ ਫੇਰ ਮੰਡੀ ਨੂੰ ਦਵਾ ਮੈਨੂੰ ਸਾਰੀਆਂ ਚੀਜ਼ਾਂ। ਉਹ ਹਿਸਾਬ ਕਿਤਾਬ ਜਿਹਾ ਲਾ ਕੇ ਉਹਨੂੰ ਪੈਸੇ ਫੜਾ ਦਿੰਦਾ, ਦੁੱਗਣੇ ਪੈਸੇ ਦਿੰਦਾ। ਆਖਦਾ, ਗਾਨੀ ਨੂੰ ਨਾਲ ਲੈ ਜਾ, ਮੈਂ ਕੀ ਕਰੂੰਗਾ, ਇਹਨੂੰ ਵੀ ਦਵਾ ਦੀ ਜੋ ਆਖੇ। ਉਹ ਨੋਟ ਗਿਣਦੀ ਤੇ ਦੁੱਲੇ ਵੱਲ ਸੁੱਟ ਦਿੰਦੀ। ਇੰਨਿਆਂ ਨਾਲ ਤਾਂ ਮੈਨੂੰ ਮਸਾਂ ਸਰੂਗਾ, ਕਾਨੀ ਨੂੰ ਕੀ ਲੈ ਦੂੰਗੀ ਮੈਂ। ਉਹ ਨੋਟ ਚੁੱਕ ਕੇ ਜੇਬ ਵਿੱਚ ਪਾ ਲੈਂਦਾ। ਲੈਣ ਵਾਲੀਆਂ ਚੀਜ਼ਾਂ ਦੇ ਹਿਸਾਬ ਕਿਤਾਬ ਲਾ ਕੇ ਦੱਸਦਾ। ਉਹ ਨਾਲ ਦੀ ਨਾਲ ਗਣਾਈ ਜਾਂਦੀ। ਉਹ ਕੁਝ ਮੰਨਦਾ ਨਾ। ਉਹ ਪੂਰੀ ਜਿਰ੍ਹਾ ਕਰਦੀ। ਪਹਿਲਾਂ ਵਾਲੇ ਪੈਸਿਆਂ ਨਾਲੋਂ ਅੱਧੇ ਪੈਸੇ ਉਹ ਆਪਣੇ ਬਟੂਏ ਵਿੱਚੋਂ ਹੋਰ ਕੱਢਦਾ ਤੇ ਫੇਰ ਸਾਰੇ ਉਹ ਉਸ ਨੂੰ ਫੜਾ ਕੇ ਆਖਦਾ, ਹੁਣ ਨਾ ਬੋਲੀ, ਮੇਰੇ ਕੋਲ ਇੰਨੇ ਸੀ ਬਸ। ਉਹ ਅੱਧਾ ਕੁ ਮੰਨ ਜਾਂਦੀ। ਅਗਲੇ ਬਿੰਦ ਹੀ ਗਾਨੀ ਨਾਲ ਮੰਡੀ ਜਾਣ ਦੀਆਂ ਗੱਲਾਂ ਕਰਨ ਲੱਗਦੀ। ਉਹਦੇ ਸਹੁਰੇ ਨੂੰ ਬੁਰਾ ਭਲਾ ਵੀ ਆਖਦੀ। ਬੁੱਢਾ ਕੰਜਰ ਆਖ ਕੇ ਉਹਦੀ ਬਦਕੋਈ ਕਰਦੀ। ਗਾਨੀ ਚੁੱਪ ਰਹਿੰਦੀ। ਉਹਨੇ ਕਦੇ ਕੁਝ ਨਹੀਂ ਮੰਗਿਆ ਸੀ, ਨਾ ਸਰਦਾਰੋ ਤੋਂ ਤੇ ਨਾ ਚੰਨੂ ਤੋਂ। ਸਹੁਰੇ ਸਾਹਮਣੇ ਤਾਂ ਉਹ ਹੁੰਦੀ ਹੀ ਨਹੀਂ ਸੀ। ਖੱਡੂ ਨੂੰ ਯਾਦ ਕਰਕੇ ਦੁੱਲੇ ਦਾ ਦਿਲ ਬੁਝਿਆ ਰਹਿੰਦਾ। ਕਦੇ ਉਹ ਖੱਡੂ ਨੂੰ ਬੁਰਾ ਆਖਦਾ, ਕਦੇ ਸਰਦਾਰੋ ਨੂੰ। ਅਖੀਰ ਸਰਦਾਰੋ ਹੀ ਉਹਦਾ ਨਿਸ਼ਾਨਾ ਬਣ ਜਾਂਦੀ। ਮਨ ਵਿੱਚ ਚਿਤਵਦਾ ਉਹ, ਇਹੀ ਖਰਾਬ ਹੈ, ਮੁੰਡੇ ਨੂੰ ਫਸਾ ਲਿਆ ਹੋਣਾ। ਉਹ ਕਾਹਨੂੰ ਸੀ ਇਹੋ ਜਿਹਾ? ਦੁੱਲੇ ਦਾ ਜ਼ਿੰਦਗੀ ਵਿੱਚੋਂ ਹੀ ਵਿਸ਼ਵਾਸ ਖਾਰਜ ਹੋਣ ਲੱਗਿਆ। ਸਾਰੇ ਪਸ਼ੂ ਵੇਚ ਕੇ ਉਹਨੇ 3 ਊਠ ਰੱਖ ਲਏ ਤੇ 1 ਬੋਤੀ। ਕਦੇ ਕਿਸੇ ਊਠ ਦਾ ਸੌਦਾ ਹੋ ਜਾਂਦਾ ਤਾਂ ਉਹਦੇ ਪੈਸੇ ਵੱਟ ਕੇ ਉਹ ਨਵਾਂ ਊਠ ਖਰੀਦ ਲੈਂਦਾ। ਰੱਖਦਾ ਇੰਨੇ ਪਸ਼ੂ ਹੀ। ਹੁਣ ਉਹ ਮੁਕਤਸਰ ਦੀ ਮੰਡੀ ਜਾਣੋਂ ਹਟ ਗਿਆ। ਰਾਜਸਥਾਨ ਵਿੱਚ ਗੁੱਗੇ ਦੀ ਮਾੜੀ ਬਾਰੇ ਤਾਂ ਹੁਣ ਸੋਚਦਾ ਵੀ ਨਹੀਂ ਸੀ। ਉਹਦਾ ਚਿੱਤ ਆਖਦਾ, ਕੀ ਕਰਾਂਗੇ ਹੁਣ ਵਪਾਰ ਕਰਕੇ? ਕੀ ਰਹਿ ਗਿਆ ਕੋਲ? ਇੱਕ ਮੁੰਡਾ। ਕਾਹਨੂੰ ਜੰਮਣੀ ਸੀ ਇੰਨੀ ਔਲਾਦ? ਕਾਹਨੂੰ ਕਰਾਉਣਾ ਸੀ ਇਹ ਤੀਜਾ ਵਿਆਹ? ਜਾਨ ਨੂੰ ਕੰਡੇ ਬੀਜ ਲਏ ਇਹਨੇ ਤਾਂ ਹੁਣੇ ਆਹ ਰੰਗ ਦਿਖਾ ਦਿੱਤੇ। ਮੇਰੇ ਪਿੱਛੋਂ ਪਤਾ ਨਹੀਂ ਕੀ ਗੁੱਲ ਖਿਲਾਏਗੀ। ਚੰਨੂ ਇਕੱਲਾ ਹੀ ਊਠ ਲੈ ਕੇ ਬੰਨਿਆਂ ਨੂੰ ਜਾਂਦਾ। ਦੁੱਲਾ ਸਾਰਾ ਦਿਨ ਘਰ ਪਿਆ ਰਹਿੰਦਾ। ਕਦੇ ਜੀ ਕਰਦਾ ਉੱਠ ਕੇ ਵਿਹੜੇ ਵਿੱਚ ਗੇੜੇ ਕੱਢਣ ਲੱਗਦਾ। ਬੇਮਤਲਬ ਹੀ ਪਿੰਡ ਦੀਆਂ ਗਲੀਆਂ ਦਾ ਚੱਕਰ ਮਾਰਦਾ। ਜੀ ਕਰਦਾ ਤਾਂ ਚੌਗਾਨ ਵਿੱਚ ਜਾ ਕੇ ਢੋਲ ਵਜਾਉਣ ਲੱਗਦਾ। ਲਗਾਤਾਰ ਵੱਜਦਾ ਢੋਲ ਪਿੰਡ ਦੀ ਫਿਜ਼ਾ ਵਿੱਚ ਨਵੀਂ ਰੂਹ ਭਰ ਦਿੰਦਾ। ਊਠ ਬੰਨਿਆਂ ਵਿੱਚ ਜਾ ਕੇ ਮਲੇ ਝਾੜੀਆਂ ਦੇ ਪੱਤੇ ਸੂਤਦੇ, ਰੇਰੂ, ਜੰਡ, ਕਰੀਰ ਜਾਂ ਕਿੱਕਰਾਂ ਦੀ ਲੌਂਗ ਮੁੱਛਦੇ, ਟਾਹਲੀਆਂ ਦੇ ਪੱਤੇ ਖਾ ਲੈਂਦੇ। ਟਾਹਲੀ ਦੇ ਪੱਤੇ ਬਹੁਤੇ ਖਾ ਜਾਂਦੇ ਤਾਂ ਉਹਨਾਂ ਨੂੰ ਲਾਲ ਪਿਸ਼ਾਬ ਆਉਂਦਾ। ਚੰਨੂ ਭਖੜਾ ਖੋਤ ਕੇ ਲਿਆਉਂਦਾ ਤੇ ਉਹਦਾ ਟੋਕਾ ਕਰਕੇ ਤੂੜੀ ਵਿੱਚ ਮਿਲਾ ਦਿੰਦਾ। ਗੁਆਰੇ ਦੀ ਰੁੱਤ ਹੁੰਦੀ ਤਾਂ ਹਰੇ ਗੁਆਰੇ ਦਾ ਕੁਤਰਾ ਕਰਕੇ ਤੂੜੀ ਵਿੱਚ ਮਿਲਾਉਂਦੇ। ਊਠ ਕਰਾਰੀਆਂ ਚੀਜ਼ਾਂ ਨੂੰ ਚਾਹ ਕੇ ਖਾਂਦੇ ਸਨ। ਪਹਿਲਾਂ ਰੱਜ ਕੇ ਖਾ ਲੈਂਦੇ, ਪਾਣੀ ਪੀਂਦੇ ਤੇ ਫੇਰ ਉਗਾਲਾਂ ਪੁੱਟਦੇ। ਉਗਾਲੀ ਕਰਦਾ ਊਠ ਜਵਾਕਾਂ ਲਈ ਮਨੋਰੰਜਨ ਦਾ ਸਾਧਨ ਬਣ ਜਾਂਦਾ। ਢਿੱਡ ਵਿੱਚੋਂ ਗਰਲ ਦੇ ਕੇ ਕੋਈ ਗੋਲਾ ਜਿਹਾ ਤੁਰਦਾ ਉਹਦੇ ਮੂੰਹ ਵਿੱਚ ਆਉਂਦਾ। ਫੇਰ ਕੁਝ ਚਿਰ ਬਾਅਦ ਉਹ ਚੱਬਿਆ ਚਿੱਥਿਆ ਪਦਾਰਥ ਸੰਘੋਂ ਥੱਲੇ ਉਤਰ ਕੇ ਢਿੱਡ ਵੱਲ ਜਾਂਦਾ। ਉਵੇਂ ਜਿਵੇਂ ਅਜੀਬ ਜਿਹੀ ਆਵਾਜ਼ ਸੁਣਾਈ ਦਿੰਦੀ। ਢਿੱਡ ਤੋਂ ਮੂੰਹ
ਤੇ ਮੂੰਹ ਤੋਂ ਢਿੱਡ ਵੱਲ ਆਉਂਦੇ ਜਾਂਦੇ ਇਹ ਗੋਲੇ ਇੱਕ ਦਿਲਚਸਪ ਨਜ਼ਾਰਾ ਪੇਸ਼ ਕਰਦੇ। ਦੁੱਲੇ ਦੇ ਮਨ ਦੀ ਅਜੀਬ ਹਾਲਤ ਰਹਿੰਦੀ। ਕਦੇ ਉਹ ਸਰਦਾਰੋ ਨੂੰ ਬਹੁਤ ਚਾਹੁੰਦਾ, ਉਹਨੂੰ ਬੁੱਕਲ ਵਿੱਚ ਲੈ ਲੈਂਦਾ ਤੇ ਹੌਲੀ ਹੌਲੀ ਘੁੱਟਦਾ। ਉਹਨੂੰ ਉਹ ਗੁੱਡੀ ਜਿਹੀ ਲੱਗਦੀ। ਲੱਕੋਂ ਚੁੱਕ ਕੇ ਉਹਨੂੰ ਘੁਮਾ ਦਿੰਦਾ। ਸਰਦਾਰੋ ਫਿਟਕਾਰਦੀ, ਬਸ ਕਰ ਬੁੜਿਆ, ਕੋਈ ਨਾੜ ਜਰਾਕਾ ਮਾਰ ਜੂ ਤੇਰੀ, ਰੋਗੀ ਹੋ ਕੇ ਬਹਿ ਜਾਏਗਾ, ਕਿਉਂ ਦਿਖਾਵਾ ਕਰਦਾ, ਵਿੱਚ ਤਾਂ ਕੁਛ ਹੈ ਨਹੀਂ ਤੇਰੇ। ਉਹਨੂੰ ਖੱਡੂ ਯਾਦ ਆਉਂਦਾ ਤਾਂ ਉਹ ਸਰਦਾਰੋ ਨੂੰ ਪਾਪਣ ਸਮਝਦਾ। ਉਹ ਉਹਨੂੰ ਚੁੱਪੀ ਹੋਈ ਗੁਠਲੀ ਲੱਗਦੀ। ਉਹ ਨਿਰਾਸ਼ ਹੋ ਜਾਂਦਾ ਤੇ ਹੌਂਕੇ ਲੈਂਦਾ। ਮਨ ਦੀ ਅਜਿਹੀ ਦਸ਼ਾ ਵੇਲੇ ਹੀ ਉਹ ਢੋਲ ਵਜਾਉਂਦਾ ਸੀ। ਢੋਲ ਵਜਾ ਕੇ ਉਹਦਾ ਮਨ ਸ਼ਾਂਤ ਹੋ ਜਾਂਦਾ। ਢੋਲ ਵਜਾਉਂਦਾ ਉਹ ਜਿਵੇਂ ਰੱਬ ਦੀ ਦਰਗਾਹ ਵਿੱਚ ਜਾ ਉਤਰਦਾ ਹੋਵੇ। ਉਹਨੂੰ ਮਹਿਸੂਸ ਹੁੰਦਾ ਢੋਲ ਵਿੱਚੋਂ ਨਿਕਲਦੀ ਆਵਾਜ਼ ਜਿਵੇਂ ਕਿਸੇ ਪੀੜਤ ਜਾਨਵਰ ਦੀ ਆਵਾਜ਼ ਹੋਵੇ, ਕਿਸੇ ਅਤ ਦੁਖੀ ਬੰਦੇ ਦੇ ਲਗਾਤਾਰ ਰੋਣ ਦੀ ਆਵਾਜ਼। ਪਰ ਜਦੋਂ ਉਹਦੀਆਂ ਸਾਰੀਆਂ ਬਿਰਥੀਆਂ ਇਕਾਗਰ ਹੁੰਦੀਆਂ, ਨਾੜਾਂ ਦਾ ਖੂਨ ਆਪਣੇ ਟੈਕਵੇਂ ਵੇਗ ਵਿੱਚ ਚੱਲ ਰਿਹਾ ਹੁੰਦਾ, ਤਾਂ ਉਹ ਸਰਦਾਰੋ ਨੂੰ ਨਿਰਦੋਸ਼ ਸਮਝਦਾ, ਆਪਣੇ ਆਪ ਨੂੰ ਦੋਸ਼ੀ। ਉਮਰਾਂ ਦੇ ਫਰਕ ਨੂੰ ਦੇਖ ਕੇ ਉਹਨੂੰ ਸਰਦਾਰੋ ਉੱਤੇ ਤਰਸ ਆਉਣ ਲੱਗਦਾ। ਉਹਨੂੰ ਲੱਗਦਾ ਜਿਵੇਂ ਉਹਨੇ ਸਰਦਾਰੋ ਦਾ ਅੰਗ ਅੰਗ ਵੱਢ ਟੁੱਕ ਰੱਖਿਆ ਹੋਵੇ, ਸਾਬਤ ਸਬੂਤੀ ਔਰਤ ਉਹ ਰਹੀ ਹੀ ਨਾ ਹੋਵੇ। ਉਹ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕਰਨ ਲੱਗਦਾ। ਜੇ ਉਹ ਸਰਦਾਰੋ ਨੂੰ ਨਾ ਵਿਆਹ ਕੇ ਲਿਆਉਂਦਾ ਤਾਂ ਉਹਦਾ ਘਰ ਨਾ ਉੱਜੜਦਾ। ਸਾਰੇ ਮੁੰਡੇ ਇੱਕੋ ਟੱਬਰ ਵਿੱਚ ਰਹਿੰਦੇ, ਘਰ ਮੇਲੇ ਵਰਗਾ ਲੱਗਦਾ। ਉਹਨੇ ਆਪਣੇ ਸਰੀਰ ਦਾ ਸੁੱਖ ਦੇਖਿਆ, ਮੁੰਡਿਆਂ ਨੂੰ ਪਰੇ ਤੱਕ ਦਿੱਤਾ। ਚੌਥੇ ਦਿਨ ਦੁੱਲਾ ਬਹੁਤ ਉਦਾਸ ਸੀ। ਪਹਿਲਾਂ ਤਾਂ ਤੜਕੇ ਚੌਗਾਨ ਵਿੱਚ ਖੜਾ ਢੋਲ ਵਜਾਉਂਦਾ ਰਿਹਾ। ਢੋਲ ਵਜਾਉਂਦਾ ਵਜਾਉਂਦਾ ਗਹਿਰੇ ਖਿਆਲਾਂ ਵਿੱਚ ਉਤਰ ਜਾਂਦਾ। ਡੱਗੇ ਵਾਲਾ ਹੱਥ ਢੋਲ ਉੱਤੇ ਆ ਟਿਕਦਾ। ਇਕੱਲੀ ਚਿੱਟੀ ਜਿਹੀ ਵੱਜਦੀ ਵੀ ਬੰਦ ਹੋ ਜਾਂਦੀ। ਉਹ ਬੁੱਤ ਬਣਿਆ ਖੜਾ ਰਹਿੰਦਾ। ਫਿਰ ਢੋਲ ਗਲੋਂ ਲਾ ਕੇ ਥੱਲੇ ਧਰ ਦਿੰਦਾ। ਆਪ ਵੀ ਢੋਲ ਕੋਲ ਬੈਠ ਜਾਂਦਾ। ਉਹਨੂੰ ਲੱਗਦਾ ਢੋਲ ਅਜੇ ਜਿਵੇਂ ਵੱਜ ਰਿਹਾ ਹੋਵੇ। ਉਹਦੇ ਕੰਨਾਂ ਵਿੱਚ ਦੈਂਗੜ ਡੱਗਾ ਵੱਜਣ ਦੀ ਆਵਾਜ਼ ਪੈਂਦੀ। ਉਹ ਖਾਸਾ ਚਿਰ ਇੰਝ ਹੀ ਬੈਠਾ ਰਹਿੰਦਾ। ਸਰਦਾਰੋ ਬਾਰੇ ਸੋਚੀ ਜਾਂਦਾ, ਗਏ ਕਿੱਧਰ? ਉਹਦਾ ਮਨ ਆਖਦਾ, ਮੈਂਗਲ ਨਾਲ ਉਹਦੀ ਕੋਈ ਗੱਲ ਸੀ ਤਾਂ ਕੀ ਸੀ? ਸਰਦਾਰੋ ਉਹਦੇ ਕੋਲ ਤਾਂ ਸੀ, ਉਹਨੂੰ ਨਿੱਤ ਦਿਖਦੀ ਤਾਂ ਸੀ, ਪਰ ਉਹਨੇ ਜਾਣਾ ਨਹੀਂ ਸੀ। ਇਹ ਉਹਨੇ ਮਾੜਾ ਕੰਮ ਕੀਤਾ। ਉਹ ਇਕੱਲੇ ਨੂੰ ਛੱਡ ਗਈ। ਚੰਨੂ ਤੇ ਬਹੂ ਦਾ ਘਰ ਵਿੱਚ ਕੋਈ ਅਹਿਸਾਸ ਨਹੀਂ ਸੀ ਦੁੱਲੇ ਨੂੰ। ਉਹ ਜਿਵੇਂ ਹਵੇਲੀ ਵਿੱਚ ਹੋਣ ਹੀ ਨਾ। ਹਵੇਲੀ ਵਿੱਚ ਸਰਦਾਰੋ ਨਹੀਂ ਸੀ ਤਾਂ ਕੋਈ ਵੀ ਨਹੀਂ ਸੀ। ਉੱਥੇ ਕੁਝ ਵੀ ਨਹੀਂ ਸੀ। ਉਹ ਆਪਣੇ ਆਪ ਉੱਤੇ ਲਾਹਨਤਾਂ ਪਾਉਂਦਾ। ਉਹਨੇ ਸਰਦਾਰੋ ਨੂੰ ਕੁੱਟਣਾ ਮਾਰਨਾ ਕਾਹਨੂੰ ਸੀ? ਮੂੰਹ ਦੀ ਭਕਾਈ ਮਾਰਦਾ ਰਹਿੰਦਾ। ਮੂੰਹ ਦੀ ਭਕਾਈ ਨਾਲ ਸਰਦਾਰੋ ਦਾ ਕੀ ਵਿਗੜਦਾ ਸੀ? ਦੁੱਲੇ ਦਾ ਮਨ ਹੌਲਾ ਪੈ ਜਾਂਦਾ। ਉਹ ਘੋਰ ਨਿਰਾਸ਼ਾ ਦੇ ਵਹਿਣਾਂ ਵਿੱਚ ਗਲ ਉਤਰ ਜਾਂਦਾ ਤੇ ਫੇਰ ਖੜਾ ਹੁੰਦਾ ਤੇ ਢੋਲ ਨੂੰ ਥੱਲਿਓਂ ਚੁੱਕ ਕੇ ਗਲ ਵਿੱਚ ਪਾ ਲੈਂਦਾ। ਢੋਲ ਤੇਜ਼ ਫੇਰ ਵੱਜਣ ਲੱਗਦਾ। ਸਵੇਰ ਦੇ ਪੰਛੀ ਚੜ੍ਹਦੇ ਵੱਲ ਉੱਡੇ ਜਾਂਦੇ ਬੰਦ ਹੋ ਗਏ। ਧੁੱਪ ਚਮਕਣ ਲੱਗੀ ਤਾਂ ਉਹ ਹਵੇਲੀਓਂ ਬਾਹਰ ਆ ਖੜਾ, ਹੱਥ ਉੱਚੇ ਕਰਕੇ ਅਗਵਾੜੀਆਂ ਭੰਨਣ ਲੱਗਿਆ। ਉਹਨੇ ਦੇਖਿਆ ਪਰਾਂ ਖੂਹ ਦੀ ਚੌਕੜੀ ਉੱਤੇ ਬੰਦੇ ਬੈਠੇ ਸਨ। ਉਹ ਕੋਈ ਗੱਲ ਕਰਕੇ ਹੱਸ ਰਹੇ ਸਨ। ਦੁੱਲੇ ਨੂੰ ਉਹਨਾਂ ਦੀ ਹਾਸੀ ਜ਼ਹਿਰ ਲੱਗਿਆ ਜਿਵੇਂ ਉਹ ਸਰਦਾਰੋ ਦੀ ਕੋਈ ਗੱਲ ਕਰਕੇ ਹੱਸੇ ਹੋਣ। ਕਿੱਡੇ ਮਾੜੇ ਲੋਕ ਹਨ ਪਿੰਡ ਦੇ। ਉਹਨੇ ਆਪਣੇ ਮਨ ਵਿੱਚ ਉਹਨਾਂ ਨੂੰ ਬੁਰਾ ਭਲਾ ਆਖਿਆ। ਉਹ ਲੋਕਾਂ ਵੱਲ ਹੀ ਤੁਰ ਪਿਆ। ਸਾਹਮਣੇ ਮੈਂਗਲ ਬੈਠਾ ਸੀ। ਉਹ ਹੋਰ ਨੇੜੇ ਗਿਆ ਤਾਂ ਮੈਂਗਲ ਉਹਨੂੰ ਸਾਫ਼ ਦਿਸਿਆ। ਦੁੱਲੇ ਨੂੰ ਤਸੱਲੀ ਹੋਈ ਕਿ ਇਹ ਤਾਂ ਆ ਬੈਠਾ ਹੈ, ਫਿਰ ਸਰਦਾਰੋ ਕਿੱਥੇ ਹੈ? ਪਰ ਉਹਨੇ ਮੈਂਗਲ ਨਾਲ ਅੱਖ ਨਹੀਂ ਮਿਲਾਈ, ਪੈਰ ਵੀ ਨਹੀਂ ਮਲਿਆ। ਖੂਹ ਦੀ ਚੌਂਕੜੀ ਤੋਂ ਅਗਾਂਹ ਹੀ ਉਹ ਨਿਆਈਆਂ ਵੱਲ ਮੁੜ ਗਿਆ। ਤੁਰਿਆ ਗਿਆ ਜਿਵੇਂ ਉੱਧਰ ਖੇਤਾਂ ਵਿੱਚ ਜੰਗਲ ਪਾਣੀ ਜਾ ਰਿਹਾ ਹੋਵੇ। ਉਹ ਬੇਮਤਲਬ ਹੀ ਪਹੇ ਤੁਰਿਆ ਜਾ ਰਿਹਾ ਸੀ। ਕਦੇ ਉਹਦਾ ਪੈਰ ਗੱਡੇ ਦੇ ਲੀਹੇ ਵਿੱਚ ਜਾ ਡਿੱਗਦਾ ਤਾਂ ਉਹਨੂੰ ਆਪਣੀ ਬੇਧਿਆਨੀ ਦਾ ਅਹਿਸਾਸ ਹੁੰਦਾ। ਉਹਦੇ ਖਿਆਲਾਂ ਦੀ ਲੜੀ ਟੁੱਟ ਜਾਂਦੀ। ਉਹਨੇ ਪੱਕਾ ਲੇਪਣ ਲਾਇਆ ਕਿ ਉਹ ਰੁੱਸ ਕੇ ਗਈ ਹੈ। ਭੀਖੀ ਬੈਠੀ ਹੈ ਜਾਂ ਭਾਈ ਰੂਪੇ ਬੈਠੀ ਹੈ, ਨਹੀਂ ਤਾਂ ਪੱਕੀ ਗੱਲ ਹੈ ਉਹ ਅਬੋਹਰ ਹੈ ਆਪਣੇ ਮਾਪਿਆਂ ਕੋਲ। ਮੁੰਡੇ ਬਹੂ ਨਾਲ ਉਹਨੇ ਕਦੇ ਸਰਦਾਰੋ ਬਾਰੇ ਗੱਲ ਗੁਰਬਤ ਨਹੀਂ ਕੀਤੀ। ਉਹ ਜਾਣਦੇ ਸਨ ਕਿ ਬਾਪੂ ਉਦਾਸ ਹੈ। ਰੋਟੀ ਵੇਲੇ ਰੋਟੀ ਦੇ ਦਿੰਦੇ, ਚਾਹ ਵੇਲੇ ਚਾਹ। ਦੁੱਲਾ ਚੁੱਪ-ਚਾਪ ਖਾਂਦਾ ਪੀਂਦਾ, ਕਿਸੇ ਡੰਗ ਰੋਟੀ ਖਾਂਦਾ ਵੀ ਨਾ। ਚਿੱਤ ਭਰਿਆ ਜਾ ਪਿਆ ਕਹਿ ਕੇ ਥਾਲੀ ਮੋੜ ਦਿੰਦਾ। ਚੰਨੂ ਊਠ ਲੈ ਕੇ ਬਾਹਰ ਜਾ ਚੁੱਕਿਆ ਸੀ। ਦੁੱਲੇ ਨੇ ਬਹੂ ਨੂੰ ਦੱਸਿਆ, ਚੰਗਾ ਭਾਈ ਗਾਨੀ, ਮੈਂ ਭੀਖੀ ਨੂੰ ਜਾਣਾ। ਕੀ ਹੈ ਉੱਥੇ ਬੈਠੀ ਹੋਵੇ, ਪਤਾ ਲੈਣਾ ਜਾ ਕੇ। ਭੀਖੀ ਵੱਡੇ ਟੋਬੇ ਦੇ ਕਿਨਾਰੇ ਬੋੜਾਵਾਲ ਦੇ ਰਾਹ ਉੱਤੇ ਬਾਜ਼ੀਗਰ ਬੈਠੇ ਸਨ। ਉਹ ਉੱਥੇ ਕਈ ਸਾਲਾਂ ਤੋਂ ਸਨ। ਦੁੱਲੇ ਨੇ ਜਾ ਕੇ ਸਾਰੀ ਗੱਲ ਦੱਸੀ। ਉਹ ਹੈਰਾਨ ਸਨ। ਇੱਥੇ ਤਾਂ ਉਹ ਆਈ ਹੀ ਨਹੀਂ। ਇੱਦਾਂ ਇਕੱਲੀ ਪਹਿਲਾਂ ਵੀ ਕਦੇ ਨਹੀਂ ਆਈ ਸੀ। ਦੁੱਲਾ ਉੱਥੇ ਆਥਣੇ ਜਿਹੇ ਪਹੁੰਚਿਆ ਸੀ। ਉਹ ਦਾਰੂ ਪੀਣ ਲੱਗ ਪਏ। ਦਾਰੂ ਪੀਂਦਾ ਦੁੱਲਾ ਸਰਦਾਰੋ ਦੀਆਂ ਗੱਲਾਂ ਹੀ ਕਰਦਾ ਰਿਹਾ। ਵਿੱਚ ਦੀ ਕਦੇ ਅੱਖਾਂ ਵੀ ਭਰ ਲੈਂਦਾ। ਦੂਜੇ ਬੰਦੇ ਉਹਦੀਆਂ ਗੱਲਾਂ ਚੁੱਪ-ਚਾਪ ਸੁਣਦੇ। ਕਦੇ ਉਹਦਾ ਦਿਲ ਧਰਾਉਣ ਲੱਗਦੇ, ਓਏ
ਕਿਉਂ ਉਦਰਿਆ ਦੁੱਲਣਾ, ਆ ਜਾਣਾ ਉਹਨੇ, ਕਿਧਰੇ ਨਹੀਂ ਗਈ। ਅਬੋਹਰ ਜਾ, ਉੱਥੇ ਬੈਠੀ ਐ। ਹੁਣ ਦਾਰੂ ਪੀ, ਇੱਥੇ ਤਾਂ ਰਮਾਨ ਨਾਲ। ਕਿਉਂ ਚਿਹੜਾ ਕਰੀ ਜਾਂਦਾ ਵਾਧੂ ਦਾ? ਸਾਡਾ ਵੀ ਦਿਲ ਦੁਖੀ ਕਰਦਾ ਹੈ। ਤੇਰੀਆਂ ਗੱਲਾਂ ਸੁਣ ਸਾਲੀ ਚੜ੍ਹਦੀ ਹੀ ਨਹੀਂ। ਰਾਤ ਕੱਟ ਕੇ ਦੂਜੇ ਦਿਨ ਸਦੇਹਾਂ ਹੀ ਉਹ ਬੁਢਲਾਡੇ ਨੂੰ ਤੁਰ ਪਿਆ। ਗੱਡੀ ਆਈ ਤਾਂ ਬਠਿੰਡੇ ਪਹੁੰਚ ਗਿਆ। ਬਠਿੰਡੇ ਤੋਂ ਅਬੋਹਰ। ਅਬੋਹਰ ਵਾਲੇ ਦੁੱਲੇ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਜਵਾਕ ਚਾਂਬਣਾ ਪਾਉਣ ਲੱਗੇ। ਉਹਨੇ ਪਾਣੀ ਧਾਣੀ ਪੀਤਾ। ਸੱਸ ਸਰਦਾਰੋ ਦਾ ਹਾਲ ਚਾਲ ਪੁੱਛ ਰਹੀ ਸੀ। ਦੁੱਲਾ ਮਾੜਾ ਮੋਟਾ ਜਵਾਬ ਦਿੰਦਾ। ਸੱਸ ਦੀਆਂ ਗੱਲਾਂ ਤੋਂ ਜਾਣ ਗਿਆ ਕਿ ਸਰਦਾਰੋ ਉੱਥੇ ਨਹੀਂ ਸੀ। ਉਹ ਥੋੜਾ ਚਿਰ ਹੀ ਉਹਨਾਂ ਦੇ ਬੈਠਾ। ਬਹਾਨਾ ਬਣਾਇਆ ਕਿ ਉਹ ਊਠਾਂ ਦੀ ਗਾਹਕੀ ਕਰਕੇ ਇੱਧਰ ਆਇਆ ਸੀ। ਕਈ ਪਿੰਡਾਂ ਵਿੱਚ ਪਸ਼ੂ ਦੇਖੇ ਹਨ, ਸੌਦਾ ਕਿਧਰੇ ਬਣਿਆ ਨਹੀਂ। ਹੁਣ ਕਦੇ ਫੇਰ ਗੇੜਾ ਮਾਰੇਗਾ। ਆਥਣ ਹੋ ਚੁੱਕਿਆ ਸੀ। ਉਹ ਵਾਪਸ ਸਟੇਸ਼ਨ ਨੂੰ ਮੁੜ ਪਿਆ। ਉਹਨੇ ਸੋਚਿਆ ਕਿ ਜੋ ਵੀ ਗੱਡੀ ਆਵੇਗੀ ਉਹ ਉਸ 'ਤੇ ਚੜ੍ਹ ਕੇ ਬਠਿੰਡੇ ਪਹੁੰਚੇਗਾ। ਗੱਡੀ ਅੱਧੀ ਰਾਤ ਤੋਂ ਬਾਅਦ ਆਈ। ਓਨੀ ਦੇਰ ਤੱਕ ਉਹ ਸਟੇਸ਼ਨ ਉੱਤੇ ਹੀ ਬੈਠਾ ਰਿਹਾ। ਕੁਝ ਢਾਬੇ ਸਨ। ਇੱਕ ਢਾਬੇ ਉੱਤੇ ਰੋਟੀ ਖਾ ਲਈ। ਸਟੇਸ਼ਨ ਦੇ ਇੱਕ ਬੈਂਚ ਉੱਤੇ ਪਿਆ ਉਹ ਸਰਦਾਰੋ ਬਾਰੇ ਘੱਟ ਤੇ ਆਪਣੇ ਬਾਰੇ ਵੱਧ ਸੋਚ ਰਿਹਾ ਸੀ। ਵਿੱਚ ਦੀ 2 ਵਾਰ ਉਹਨੂੰ ਨੀਂਦ ਦੇ ਟੂਲੇ ਆਏ ਸਨ। ਅੱਖ ਮਿਚਦੀ ਤੇ ਕੜਕ ਦੇ ਕੇ ਫੇਰ ਖੁੱਲ੍ਹ ਜਾਂਦੀ। ਉਹ ਆਪਣੇ ਆਪ ਨੂੰ ਹੀ ਆਖਦਾ, ਕੀ ਲੈਣਾ ਸੀ ਇਹ ਤੀਜਾ ਵਿਆਹ ਕਰਾ ਕੇ? ਆਪਣੀ ਜਾਨ ਕੰਡਿਆਂ 'ਚ ਫਸਾ ਲਈ। ਹੁਣ ਆ ਫਿਰਦਾ ਉਹਨੂੰ ਪਾਲਦਾ। ਇਸ ਚੰਦਰੀ ਤੀਵੀਂ ਕਰਕੇ ਸਾਰਾ ਘਰ ਖੇਰੂ ਹੋ ਗਿਆ। ਉਹ ਸੋਚਦਾ, ਜੇ ਉਹਦੀ ਪਹਿਲੀ ਤੀਵੀਂ ਹੀ ਜਿਉਂਦੀ ਰਹਿੰਦੀ ਤਾਂ ਦੂਜੀ ਕਾਹਨੂੰ ਆਉਂਦੀ? ਦੂਜੀ ਨੇ 6 ਜਵਾਕ ਜੰਮੇ। ਪਹਿਲੀ ਦਾ ਇੱਕੋ ਸ਼ੇਰ ਬਥੇਰਾ ਸੀ। ਕੀ ਲੈਣਾ ਸੀ ਦੂਜੀ ਦੀ ਇੰਨੀ ਹੇੜ ਜੰਮ ਕੇ? ਉਹ ਕਿਹੜਾ ਫੇਰ ਕੋਲ ਰਹਿ ਗਏ? ਕੁੜੀਆਂ ਨੇ ਤਾਂ ਬਗਾਨੇ ਘਰੀਂ ਜਾਣਾ ਹੀ ਸੀ। ਵੱਡੇ 3 ਮੁੰਡੇ ਵੀ ਗਏ, ਜਿਵੇਂ ਉਹਨਾਂ ਦਾ ਉਸ ਪਰਿਵਾਰ ਨਾਲ ਕੋਈ ਵੀ ਲਗਾਓ ਨਾ ਰਹਿ ਗਿਆ ਹੋਵੇ। ਪਹਿਲੀ ਜਿਉਂਦੀ ਰਹਿੰਦੀ, ਉਹਦਾ ਮੁੰਡਾ ਜਿਉਂਦਾ ਹੁੰਦਾ ਤਾਂ ਉਹਦੇ ਬਰਾਬਰ ਦਾ ਹੁੰਦਾ। ਚੱਲ, ਪਹਿਲੀ ਦਾ ਕੋਈ ਨਾਂ ਨਿਸ਼ਾਨ ਨਹੀਂ ਰਿਹਾ ਸੀ ਤਾਂ ਦੂਜੀ ਆਪ ਤਾਂ ਜਿਉਂਦੀ ਰਹਿੰਦੀ। ਮਾੜੇ ਕਰਮਾਂ ਵਾਲੀ। ਇਹ ਦੂਜੀ ਨੇਕ ਬੜੀ ਸੀ। ਉਹ ਤਾਂ ਰੱਬ ਦਾ ਰੂਪ ਸੀ। ਨਾ ਉਹਦੇ ਨਾਲ ਕਿਸੇ ਗੱਲ ਉੱਤੇ ਉਹਦਾ ਕੋਈ ਝਗੜਾ ਕਦੇ ਹੋਇਆ ਸੀ। ਇਹ ਸਰਦਾਰੋ ਮਾਰੀ ਤਾਂ ਜਿੱਦਣ ਦੀ ਆਈ ਹੈ ਉਹਨੂੰ ਤਪਾ ਰੱਖਿਆ ਹੈ। ਹੇ ਮੇਰੇ ਰਾਮ, ਕੀ ਗੱਲਾਂ ਹੋ ਗਈਆਂ। ਕਦੇ ਸੁਣੀਆਂ ਸੀ ਅਜਿਹੀਆਂ ਗੱਲਾਂ ਉਹਨੇ ਆਪਣੀ ਜ਼ਿੰਦਗੀ ਵਿੱਚ? ਬਈ ਆਪਣਾ ਮੁੰਡਾ ਹੀ ਕੁੱਤੀ ਕਿਸੇ ਥਾਂ ਦੀ। ਸਰਦਾਰੋ ਕਰਕੇ ਉਹਨੇ ਆਪਣੇ 3 ਮੁੰਡੇ ਘਰੋਂ ਕੱਢ ਦਿੱਤੇ। ਚੱਲ, ਇਹ ਸਾਰਾ ਕੁਝ ਹੋ ਗਿਆ ਸੀ ਤਾਂ ਉਹ ਘਰੇ ਤਾਂ ਟਿਕ ਕੇ ਬੈਠਦੀ। ਮੈਂ ਤਾਂ ਫੁੱਲਾਂ ਪਾਨਾਂ ਵਾਂਗੂ ਰੱਖਦਾ ਰਿਹਾ ਹਾਂ ਉਸਨੂੰ। ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ। ਜੋ ਮੰਗਿਆ ਉਹੀ ਹਾਜ਼ਰ ਕੀਤਾ। ਫਿਰ ਐਡੀ ਕਿਹੜੀ ਚੀਜ਼ ਸੀ ਜੋ ਮੇਰੇ ਕੋਲ ਨਹੀਂ ਸੀ ਤੇ ਉਹ ਹੋਰ ਕਿਧਰੇ ਸੀ? ਛੱਡ ਕੇ ਤੁਰ ਗਈ ਕੁੱਤੀ ਜਾਤ। ਉਹ ਸੋਚ ਰਿਹਾ ਸੀ, ਬੰਦਾ ਹਾਰਦਾ ਨਹੀਂ ਹੁੰਦਾ, ਇਹ ਤੀਵੀਂ ਹਰਾਉਂਦੀ ਹੈ ਬੰਦੇ ਨੂੰ। ਹੁਣ ਉਹ ਗਈ, ਪਤਾ ਨਹੀਂ ਕਿੱਧਰ ਗਈ, ਕਿਹਦੇ ਨਾਲ ਗਈ। ਉਹ ਆਪ ਨਿਤਾਣਾ ਹੋ ਕੇ ਰਹਿ ਗਿਆ ਹੈ, ਜਿਵੇਂ ਉਹਦੇ ਅੰਦਰਲਾ ਮਰਦ ਝੂਠਾ ਪੈ ਗਿਆ ਹੋਵੇ। ਉਹ ਬੰਦਾ ਤਾਂ ਰਿਹਾ ਹੀ ਨਾ ਹੋਵੇ। ਉਹ ਬਠਿੰਡੇ ਪਹੁੰਚਿਆ। ਇਹੀ ਗੱਡੀ ਅਗਾਂਹ ਅੰਬਾਲੇ ਜਾਂਦੀ ਸੀ। ਰਾਮਪੁਰਾ ਫੂਲ ਰਾਹ ਵਿੱਚ ਪੈਂਦਾ। ਰਾਮਪੁਰਿਓਂ ਉਹ ਭਾਈ ਰੂਪੇ ਜਾ ਵੜਿਆ। ਭਾਈ ਰੂਪੇ ਵੀ ਸਰਦਾਰੋ ਕਿੱਥੇ ਸੀ? ਭੀਖੀ ਵਾਲਿਆਂ ਵਾਂਗੂ ਉਹ ਵੀ ਹੈਰਾਨ ਰਹਿ ਗਏ। ਦੁੱਲੇ ਦੀ ਦੇਹ ਝੂਠੀ ਪੈ ਗਈ। ਬਾਜ਼ੀਗਰਾਂ ਦਾ ਡੇਰਾ ਸੇਲਬਰਾ ਦੇ ਰਾਹ ਉੱਤੇ ਸੀ। ਨੇੜੇ ਟੋਭਾ ਸੀ ਤੇ ਕੱਸੀ ਦਾ ਪਾਣੀ ਵਗਦਾ। ਉਹ ਦਿਲ ਵਿੱਚ ਕਹਿੰਦਾ ਸੀ ਕਿ ਉਹ ਮੁੜ ਕੇ ਹੁਣ ਥੰਮਣ ਵਾਲੇ ਜਾਵੇ ਹੀ ਨਾ, ਹੋਰ ਕਿਧਰੇ ਹੀ ਤੁਰ ਜਾਵੇ। ਭਾਈ ਰੂਪੇ ਵਾਲੇ ਰਿਸ਼ਤੇਦਾਰਾਂ ਕੋਲ ਉਹ ਝੇੜੇ ਕਰਦਾ ਰਿਹਾ। ਰੋਟੀ ਖਾਧੀ, ਫਿਰ ਦੁਪਹਿਰ ਢਲਣ ਲੱਗੀ। ਆਥਣ ਹੋ ਗਿਆ। ਉਹ ਮਿੱਟੀ ਬਣਿਆ ਭਾਈ ਰੂਪੇ ਹੀ ਬੈਠਾ ਸੀ। ਉੱਠ ਕੇ ਤੁਰਨ ਦੀ ਹਿੰਮਤ ਨਹੀਂ ਸੀ। ਫਿਰ ਉਹ ਦਾਰੂ ਪੀਣ ਲੱਗੇ। ਦਾਰੂ ਦੇ ਲੋਰ ਵਿੱਚ ਉਹ ਸਰਦਾਰੋ ਦਾ ਰੁਦਨ ਬਹੁਤਾ ਕਰਨ ਲੱਗ ਪਿਆ ਸੀ। ਉਹਦਾ ਦੁਖੀ ਮਨ ਭਰ ਉਛਲਦਾ। ਉਹ ਆਖ ਰਿਹਾ ਸੀ, ਮੈਂ ਤਾਂ ਚੰਦਰੀ ਨੂੰ ਕਦੇ ਕੁਝ ਆਖਿਆ ਨਹੀਂ ਸੀ, ਝਿੜਕਿਆ ਘੂਰਿਆ ਨਹੀਂ ਸੀ। ਕੀ ਇਹ ਕਦੇ ਕੋਲ ਪਏ ਤਾਂ ਭਾਂਡੇ ਵੀ ਠਹਿਕ ਪੈਂਦੇ ਨੇ। ਆਦਮੀ ਤੀਵੀਂ 'ਚ ਲੜਾਈ ਕਿਹਦੇ ਨਹੀਂ ਹੁੰਦੀ। ਪਰ ਨਾ, ਮੈਂ ਤਾਂ ਉਹਨੂੰ ਰਾਣੀ ਬਣਾ ਕੇ ਰੱਖਿਆ ਹੋਇਆ ਸੀ। ਉਹ ਤਾਂ ਸਰਦਾਰਨੀ ਸੀ। ਕੰਮ ਦਾ ਡੱਕਾ ਦੂਰਾ ਨਾ ਕਰਦੀ, ਸਭ ਬਹੂ ਕਰਦੀ ਹੈ ਚੰਨੂ ਦੀ। ਉਹ ਤਾਂ ਨਹਾ ਲਈ, ਧੋ ਲਈ, ਕੱਪੜੇ ਪਾ ਲਏ, ਹਾਰ ਸ਼ਿੰਗਾਰ ਕਰ ਲਿਆ ਤੇ ਬਸ। ਭਲਾ ਪੁੱਛਣ ਵਾਲਾ ਹੋਵੇ, ਕੀ ਦੁੱਖ ਸੀ ਉਹਨੂੰ? ਚਲਦੀ ਬਣੀ ਘੱਗਰੀ ਬੋਚ ਕੇ। ਮਨ ਵਿੱਚ ਫੇਰ ਉਹਨੇ ਵਿਚਾਰ ਕੀਤੀ ਕਿ ਉਹ ਜਿਹੜੀ ਉਹਨੂੰ ਇਕੱਲੇ ਨੂੰ ਛੱਡ ਗਈ, ਉਹ ਤੋਂ ਦੁਖੀ ਸੀ। ਉਹ ਉਹਨੂੰ ਤੰਗ ਰੱਖਦਾ ਸੀ। ਜੇ ਉਹ ਹੁਣ ਮੁੜ ਆਵੇ ਤਾਂ ਉਹ ਉਸਨੂੰ ਕਦੇ ਵੀ ਕੁਝ ਨਹੀਂ ਆਖੇਗਾ। ਉਹ ਜੋ ਮਰਜ਼ੀ ਕਰਦੀ ਫਿਰੇ, ਜਿੱਥੇ ਮਰਜ਼ੀ ਜਾਵੇ ਆਵੇ। ਮੈਂਗਲ ਕੀ ਸਾਲਾ ਉਹਨੂੰ ਮੂੰਹ ਵਿੱਚ ਪਾ ਕੇ ਲੈ ਜਾਏਗਾ। ਘਰ ਆਉਂਦਾ ਹੈ, ਆਉਂਦਾ ਰਹੇ। ਉਹ ਘਰ ਵਿੱਚ ਦੁੱਲੇ ਨੂੰ ਦਿਸਦੀ ਰਹੇ ਬਸ। ਉਹ ਉਹਦੀਆਂ ਪੁਰਾਣੀਆਂ ਸਭ ਗੱਲਾਂ ਜਾਂ ਭੁੱਲਾਂ ਮਾਫ਼ ਕਰ ਦੇਵੇਗਾ। ਭਾਈ ਰੂਪੇ ਰਾਤ ਕੱਟ ਕੇ ਉਹ ਥੰਮਣ ਵਾਲੇ ਨੂੰ ਚੱਲ ਪਿਆ। ਉਹਨੂੰ ਪੱਕਾ ਵਿਸ਼ਵਾਸ ਸੀ ਕਿ ਸਰਦਾਰੋ ਮੁੜ ਆਈ ਹੋਵੇਗੀ, ਘਰ ਆ ਕੇ ਬੈਠੀ ਹੋਵੇਗੀ। ਉਹ ਸਗੋਂ ਦੁੱਲੇ ਨੂੰ ਉਡੀਕ ਰਹੀ ਹੋਵੇਗੀ। ਐਵੇਂ ਉਹ ਉਹਨੂੰ ਜੰਗਲ ਬੇਲਿਆਂ ਵਿੱਚ ਭਾਲਦਾ ਫਿਰਦਾ ਹੈ।
ਜਦੋਂ ਸਰਦਾਰੋ ਦਾ ਘਰ ਵਿੱਚ ਜੀ ਨਹੀਂ ਲੱਗਦਾ ਹੁੰਦਾ ਸੀ, ਇੱਕ ਦਿਨ ਉਹ ਰੋਡੂ ਸ਼ਾਹ ਦੀ ਮੰਡੀ ਗਈ ਸੀ ਤੇ ਉੱਥੋਂ ਬਾਜ਼ੀਗਰਨੀਆਂ ਵਾਲੀ ਕੋਥਲੀ ਖਰੀਦ ਲਿਆਈ ਸੀ। ਕਾਲੇ ਕੱਪੜੇ ਦੀ ਕੋਥਲੀ ਉੱਤੇ ਚਿੱਟੀ ਜ਼ਰੀ ਦੀਆਂ ਧਾਰੀਆਂ ਸਨ, ਨਾਲ ਨਗੰਦਿਆਂ ਦੀ ਜੰਜੀਰੀ ਟੁੱਕੀ ਹੋਈ ਸੀ। ਉਸ ਵਿੱਚ ਔਰਤਾਂ ਲਈ ਸਾਰਾ ਸਮਾਨ ਹੁੰਦਾ, ਛੋਟੀਆਂ ਸੂਈਆਂ, ਕੰਧੂਈਆਂ, ਰੰਗਦਾਰ ਧਾਗੇ, ਪਰਾਂਦੇ, ਸੁਰਮਾ, ਕੱਜਲ ਅਤੇ ਔਰਤਾਂ ਦੀਆਂ ਗੁਪਤ ਬਿਮਾਰੀਆਂ ਲਈ ਦਵਾਈਆਂ ਵੀ। ਵਾਲ ਸਫਾ ਸਾਬਣ ਹੁੰਦਾ। ਕੋਥਲੀ ਲੈ ਕੇ ਉਹ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾਣ ਲੱਗੀ। ਸਵੇਰੇ ਰੋਟੀ ਟੁੱਕ ਖਾ ਕੇ ਨਿਕਲਦੀ, ਆਥਣ ਨੂੰ ਘਰ ਮੁੜ ਆਉਂਦੀ। ਇੰਜ ਕਰਨ ਨਾਲ ਉਹਦਾ ਚੰਗਾ ਦਿਨ ਨਿਕਲ ਜਾਂਦਾ ਸੀ। 5ਵੇਂ-7ਵੇਂ ਦਿਨ ਉਹ ਰੋਡੂ ਸ਼ਾਹ ਦੀ ਮੰਡੀ ਜਾਂਦੀ ਤੇ ਵੇਚਣ ਵਾਲਾ ਨਵਾਂ ਸਮਾਨ ਲੈ ਆਉਂਦੀ। ਫਿਰ ਉਹ ਦੂਰ ਦੂਰ ਦੇ ਪਿੰਡਾਂ ਵੱਲ ਵੀ ਜਾਣ ਲੱਗੀ। ਪੈਰੀਂ ਤੁਰ ਕੇ ਜਾਂਦੀ, ਪੈਰੀਂ ਤੁਰ ਕੇ ਮੁੜਦੀ। ਉਹਦੇ ਵਿੱਚ ਬੜੀ ਜਾਨ ਸੀ, ਨਾ ਅੱਕਦੀ ਨਾ ਥੱਕਦੀ। ਦੁੱਲਾ ਉਹਨੂੰ ਕਿਸੇ ਗੱਲੋਂ ਵਰਜਦਾ ਟੋਕਦਾ ਨਹੀਂ ਸੀ। ਉਹਦੇ ਕੋਲ ਜਵਾਕ ਨਹੀਂ ਸੀ, ਚਲੋ ਫਿਰ ਤੁਰ ਕੇ ਹੀ ਉਹਦਾ ਜੀ ਭਰਚਿਆ ਰਹਿੰਦਾ ਹੈ। ਉਹ ਕੁਝ ਵਾਧੂ ਵੀ ਕਮਾ ਲੈਂਦੀ, ਉਹਦਾ ਆਪਣਾ ਲੀੜਾ ਲੱਤਾ ਚੱਲੀ ਜਾਂਦਾ, ਉਹਦੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਹੋਈ ਜਾਂਦੀਆਂ। ਫਿਰ ਉਹ ਦੁੱਲੇ ਤੋਂ ਕਦੇ ਕਦੇ ਹੀ ਪੈਸੇ ਮੰਗਦੀ। ਆਪਣੀ ਕਮਾਈ ਵਿੱਚੋਂ ਹੀ ਉਹ ਕਦੇ ਕਦੇ ਗਾਨੀ ਵਾਸਤੇ ਕੱਪੜੇ ਲਿਆ ਦਿੰਦੀ। ਕੱਜਲ, ਦੰਦਾਸਾ, ਚੂੜੀਆਂ, ਨਹਾਉਣ ਦੀਆਂ ਸਾਬਣਾਂ, ਖੁਸ਼ਬੂਦਾਰ ਤੇਲ ਤੇ ਹੋਰ ਕਈ ਚੀਜ਼ਾਂ ਵੀ ਲਿਆ ਕੇ ਦਿੰਦੀ। ਨੂੰਹ ਆਪਣੀ ਸੱਸ ਉੱਤੇ ਖੁਸ਼ ਰਹਿੰਦੀ। ਸਰਦਾਰੋ ਦਾ ਆਪਣਾ ਸ਼ਿੰਗਾਰ ਦਾ ਸਮਾਨ ਇੱਧਰ ਉੱਧਰ ਆਮ ਖਿੰਡਦਾ ਫਿਰਦਾ। ਦੁੱਲਾ ਵੀ ਸਾਬਣ ਨਾਲ ਨਹਾਉਂਦਾ ਤੇ ਦਾੜੀ ਨੂੰ ਖੁਸ਼ਬੂਦਾਰ ਤੇਲ ਲਾ ਲੈਂਦਾ। ਨਹਿਰੂ ਨੂੰ ਸਰਦਾਰੋ ਨਵੇਂ ਝੱਗੇ ਸਲਾ ਕੇ ਲਿਆਉਂਦੀ, ਉਹਨੂੰ ਖਿਡੌਣੇ ਲਿਆ ਕੇ ਦਿੰਦੀ। ਜਦੋਂ ਵੀ ਮੰਡੀ ਜਾਂਦੀ ਨਵਾਂ ਖਿਡੌਣਾ ਲਿਆਉਂਦੀ। ਉਹਨੂੰ ਗੋਦੀ ਚੁੱਕਦੀ ਤੇ ਬਹੁਤ ਪਿਆਰ ਕਰਦੀ, ਉਹਦੇ ਨਾਲ ਖੇਡਦੀ ਤੇ ਉਹਨੂੰ ਗੀਤ ਸੁਣਾਉਂਦੀ। ਉਹ ਖਿਲ ਬਿਲੀਏ ਹੁੰਦਾ ਰਹਿੰਦਾ। ਦਾਦੀ ਨੂੰ ਦੇਖ ਕੇ ਚਾਂਬੜਾ ਪਾਉਣ ਲੱਗਦਾ। ਉਹ ਉਹਨੂੰ ਗੋਦੀ ਨਾ ਚੁੱਕਦੀ ਤਾਂ ਉਹ ਰੋਂਦਾ, ਚੀਜ਼ ਲੈਣ ਲਈ ਰਿਹਾੜ ਕਰਦਾ। ਉਹਦੇ ਲਈ ਤੜਾਗੀ ਸਰਦਾਰੋ ਨੇ ਆਪ ਬਣਾਈ ਸੀ, ਕਾਲੇ ਧਾਗੇ ਦੀ ਤੜਾਗੀ ਵਿੱਚ ਚਿੱਟੇ ਤੇ ਲਾਲ ਮਣ ਕੇ ਗੁੰਦ ਕੇ। ਨਹਿਰੂ ਚੰਨੂ ਦੇ ਮੁੰਡੇ ਦਾ ਨਾਂ ਸੀ। ਉਹਨਾਂ ਦਿਨਾਂ ਵਿੱਚ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੀ। ਦੁੱਲੇ ਨੇ ਪੋਤੇ ਦਾ ਨਾਂ ਨਹਿਰੂ ਰੱਖ ਲਿਆ। ਉਹਨੂੰ ਲੋਰੀਆਂ ਦਿੰਦਾ, ਇਹ ਤਾਂ ਮੇਰਾ ਜਵਾਹਰ ਲਾਲ ਹੈ, ਇਹ ਤਾਂ ਮੇਰਾ ਨਹਿਰੂ ਹੈ, ਇਹ ਕਾਰਾਂ ਤੇ ਚੜ੍ਹਿਆ ਕਰੂ। ਉਹ ਪਿੰਡ ਪਹੁੰਚਿਆ ਤਾਂ ਹਵੇਲੀ ਵੱਲ ਜਾਣ ਤੋਂ ਪਹਿਲਾਂ ਉਹਨੇ ਖੂਹ ਦੀ ਚੌਂਕੜੀ ਉੱਤੇ ਬੋਹੜ ਦੀ ਥਾਂ ਛਾਂ ਥੱਲੇ ਬੈਠੇ ਬੰਦਿਆਂ ਵੱਲ ਨਿਗਾਹ ਮਾਰੀ। ਮੈਂਗਲ ਤਾਂ ਉਹਨਾਂ ਵਿੱਚ ਹੀ ਬੈਠਾ ਸੀ, ਜਿਵੇਂ ਉਸ ਦਿਨ ਬੈਠਾ ਹੀ ਸੀ। ਉਹਨੂੰ ਪੱਕਾ ਧਰਵਾਸ ਹੋਇਆ ਕਿ ਸਰਦਾਰੋ ਘਰ ਹੀ ਹੈ, ਮੈਂਗਲ ਨਾਲ ਨਹੀਂ ਗਈ। ਉਹ ਤਾਂ ਆ ਬੈਠਾ ਹੈ, ਉਸ ਦਿਨ ਵੀ ਬੈਠਾ ਸੀ। ਇਹ ਤਾਂ ਪਿੰਡ ਵਿੱਚ ਹੀ ਹੈ, ਉਹ ਕਿਧਰੇ ਨਹੀਂ ਗਈ, ਮੁੜ ਆਈ ਹੋਵੇਗੀ, ਘਰ ਵਿੱਚ ਹੀ ਹੈ। ਦੁੱਲਾ ਹਵੇਲੀ ਦਾ ਦਰਵਾਜ਼ਾ ਟੱਪ ਕੇ ਰਸੋਈ ਵੱਲ ਗਿਆ। ਗਾਨੀ ਰੋਟੀਆਂ ਪਕਾ ਰਹੀ ਸੀ। ਦੁਪਹਿਰ ਹੋ ਚੁੱਕੀ ਸੀ। ਨਹਿਰੂ ਗਾਨੀ ਦੀ ਪਿੱਠ ਨਾਲ ਚਿੰਬੜਿਆ ਰੋ ਰਿਹਾ ਸੀ। ਚੰਨੂ ਕਿਧਰੇ ਨਹੀਂ ਸੀ, ਊਠ ਵੀ ਨਹੀਂ ਸਨ। ਉਹਨੇ ਸੋਚਿਆ ਚੰਨੂ ਊਠ ਲੈ ਕੇ ਬਾਹਰ ਗਿਆ ਹੋਇਆ ਹੈ। ਫਿਰ ਵੀ ਉਹਨੇ ਬਹੂ ਨੂੰ ਪੁੱਛਿਆ, ਚੰਨੂ ਭਾਈ, ਉਹ ਤਾਂ ਬਾਪੂ ਊਠ ਲੈ ਕੇ ਗਿਆ, ਤਾਂ ਫਿਰ ਇਹ ਰੋਟੀਆਂ ਇਸ ਵੇਲੇ? ਉਹ ਤਾਂ ਖਾ ਕੇ ਗਿਆ, ਥੋੜੀਆਂ ਰਹਿ ਗਈਆਂ ਸੀ, ਮੈਂ ਕਿਹਾ 2 ਰੋਟੀਆਂ ਹੋਰ ਲਾ ਲਾਂ, ਚਾਹ ਵੇਲੇ ਪਿਛਲੇ ਪੈਰ ਨਹਿਰੂ ਮੰਗਦਾ ਖਾਣ ਨੂੰ। ਦੁੱਲੇ ਨੇ ਸਰਦਾਰੋ ਬਾਰੇ ਗਾਨੀ ਨੂੰ ਨਹੀਂ ਪੁੱਛਿਆ। ਉਹ ਤਾਂ ਸਗੋਂ ਉਹਦੇ ਵੱਲ ਕੁਝ ਪੁੱਛਣ ਕਰਦੀਆਂ ਅੱਖਾਂ ਨਾਲ ਝਾਕ ਰਹੀ ਸੀ। ਦੁੱਲੇ ਨੇ ਸਭ ਸਮਝ ਲਿਆ ਕਿ ਸਰਦਾਰੋ ਇੱਥੇ ਨਹੀਂ ਹੈ। ਇੱਥੇ ਹੁੰਦੀ ਤਾਂ ਮੁੰਡਾ ਬਹੂ ਨਾਲ ਚਿੰਬੜਿਆ ਕਾਹਨੂੰ ਰੋ ਰਿਹਾ ਹੁੰਦਾ।